अस्सलाम वालेकुम फ्रेंड्स, अभी मैं डस्का के करीब एक फार्म पे मौजूद हूँ जो कि आज से तकरीबन 4 माह पहले ही स्टार्ट हुआ है। तकरीबन 35 भैंसों का ये फार्म है और शेड भी अच्छे अंदाज में बनाया गया है। आपने मुख्तलिफ डिज़ाइन देखे होंगे शेड के, लेकिन यहाँ पे आप थोड़ा सा डिफरेंट देख रहे होंगे। हम जानेंगे इस हवाले से कि इस तरह का शेड क्यों बनाया गया। इसके अलावा आपको मैं ओवरव्यू भी दिखाऊंगा। ये है शेड के अंदर का हिस्सा। ये ऊपर देख रहे हैं कि बाकायदा पंखे भी लगाए गए हैं शेड को हवादार रखने के लिए। ये भैंसें जो दूध वाली हैं उनको एक साइड पे बांधा हुआ है क्योंकि इनके वनडे का प्रोसेस भी अलग होगा दूसरी भैंसों से, और इस साइड पे वो दूसरी भैंसें हैं जो अभी दूध नहीं देती। और इसके साथ साथ यहाँ पे गाय भी मौजूद हैं और साथ ही इन्होंने करीब ही ये तूड़ी का इंतज़ाम भी किया हुआ है ताकि ज़्यादा दूर से ना लानी पड़े। तो ओवरव्यू आपने देख लिया होगा, तो चलिए अभी हम इंटरव्यू शुरू करते हैं। अस्सलाम वालेकुम। वालेकुम अस्सलाम। सर की हाल है आपका? शुक्र है दादा। सर अपना नाम दसियो। रियाज अहमद साई। रियाज अहमद साई साहब, माशाल्लाह। सर केड़ा इलाका जी? डस्के दे इलाका बटालियां साके। अच्छा सर, माशाल्लाह बड़ा सोहना फार्म तुसीं शुरू कीता है। किन्नी देर पहला शुरू कीता सी? कोई 4 महीने हो गए। 4 महीने तो अज तक तुहाडा 4 महीने का सफ़र किन्ना क रहा है, कैसा रहा? ठीक ही रहा। मुतमिन हो तुसीं? हाँ बिल्कुल। अच्छा, शुरू में तुहानू कोई ऐसे मसाइल का सामना करना पाया जिहड़ा तुसीं लोकां नूं दसना चाहो, जानवर खरीदते वक्त या कोई होर तुहानू मुश्किल पेश आई होए? नहीं, कोई मुश्किल पेश नहीं आई। अच्छा माशाल्लाह। सर इस टाइम तुहाडे कोल किन्नियां मैहां ने? 35-36 मजां। 35-36 ने। तो सर किहड़े इलाके तो खरीद के लैके आए सो? लुडन तो खरीदियां हन, गग्गो मंडी तो खरीदियां सन। अच्छा, तो जेन विच कोई टारगेट रखा है कि फलां नस्ल की मैं खरीदनी जिहड़ी सामने चढ़ गई उहनूं लैंदा है? नहीं, चंगियां मजां नीली दियां मजां लैन दा ख्याल सी ਉਹੀ ਲੈਂਦੇ ਨੇ ਮਾਸ਼ਾਅੱਲਾ। ਅੱਛਾ ਸਰ, ਮਿਆਂ ਦੇ ਅੱਜ ਕੱਲ ਉਸ ਸਾਈਡ ਤੇ ਤੁਸੀਂ ਦੱਸਦੇ ਪਏ ਹੋ ਗਏ ਲੁੱਡਣ ਵਾਲੀ ਸਾਈਡ ਤੇ ਮਿਆਂ ਦਾ ਰੇਟ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਕਿੰਨਾ ਕੁ ਚੱਲਦਾ ਪਿਆ ਅੱਜ ਕੱਲ? ਅਸੀਂ ਲਿਆਂਦੀਆਂ ਨੇ ਝੋਟੀਆਂ, ਕਈਆਂ ਝੋਟੀਆਂ। ਅੱਛਾ, ਝੋਟੀਆਂ। ਇਹ ਸਾਨੂੰ ਕੋਈ 92,000 ਤੋਂ ਕੰਨ ਪਿਆ ਸੀ, ਕੋਈ ਲੱਖ ਤੋਂ ਵੱਧ ਵੀ ਆਈਆਂ ਹਨ, ਕੋਈ ਘੱਟ ਆਈਆਂ ਸਨ। ਯਾਨੀ ਐਵਰੇਜ ਮੱਝਾਂ ਤਾਂ ਨਹੀਂ ਲਈਆਂ, ਐਵਰੇਜ 92,000 ਝੋਟੀ ਦਾ। ਨਹੀਂ ਦੱਸਦੇ ਵੀ ਕਾਂ ਮੱਝ ਕੀ ਹੁੰਦੀ ਹੈ ਸਰ? ਕੰਨ ਯਾਨੀ ਇੱਕ ਮੱਝ ਜਿਹੜੀ ਹੈ ਫੀ ਜਾਨਵਰ ਜਿਹੜਾ ਹੈ ਉਹ 92,000। ਅੱਛਾ, ਜਿਵੇਂ ਕਬੂਤਰਾਂ 'ਚ ਜ਼ਿਕਰ ਕਰਦੇ ਨੇ ਨਾ ਫੀ ਪਰ ਤੋਂ ਮੁਰਾਦ ਹੈ ਹੁੰਦਾ ਯਾਨੀ ਇੱਕ ਪੀਸ, ਇੱਕ ਅਦਦ। ਇਸੇ ਤਰ੍ਹਾਂ ਇਹਦੇ 'ਚ ਫੀ ਕੰਨ ਆਖਿਆ ਜਾਂਦਾ, ਯਾਨੀ ਇੱਕ ਜਾਨਵਰ ਜਿਹੜਾ ਤਕਰੀਬਨ ਐਵਰੇਜ 92,000 ਤੋਂ ਪਿਆ। ਅੱਛਾ ਸਰ, ਇਹਦਾ ਤੁਸੀਂ ਸ਼ੈੱਡ ਬਣਾਇਆ ਮਾਸ਼ਾਅੱਲਾ, ਹੱਦਬੰਦੀ ਕੀਤੀ ਹੈ, ਖੁੱਲੀ ਜਗ੍ਹਾ ਤੁਹਾਡੀ ਸਾਰੀ ਦੱਸੇ ਵੀ ਆਪਣੀ ਹੈ। ਉਹ ਜਿਹੜਾ ਸ਼ੈੱਡ ਬਣਾਇਆ ਉਹ ਕਿੰਨੀ ਕੁ ਜਗ੍ਹਾ ਤੇ ਬਣਾਇਆ ਜੇ? ਇਹ ਬਣਾਇਆ ਕੋਈ ਜਗ੍ਹਾ ਹੋਣੀ ਹੈ, ਕੋਈ ਕਨਾਲ ਜਗ੍ਹਾ ਉਹ ਜਿਹੜੀ ਸ਼ੈੱਡ ਵਾਲੀ ਹੈ। ਤੇ ਉਹਦੇ ਵਿੱਚ 35 ਜਾਨਵਰ ਨੇ ਇਸ ਟਾਈਮ। ਤੇ ਕਿੰਨੇ ਕੁ ਜਾਨਵਰ ਹੋਰ ਰੱਖਣ ਦੀ ਕਪੈਸਿਟੀ ਹੈ ਕਿ ਜਾਂ ਐਨੀ ਰੱਖੇ ਜਾ ਸਕਦੇ ਨੇ? ਨਹੀਂ, ਇਹਦੇ 'ਚ ਹੋਰ ਵੀ ਰੱਖੇ ਜਾ ਸਕਦੇ ਨੇ, 20-25 ਹੋਰ ਵੀ ਪਾ ਦਈਏ ਤੇ ਠੀਕ ਹੈ। ਤੁਸੀਂ 20-25 ਹੋਰ ਪਾਣਾ ਚਾਹੋਗੇ ਕਿ ਜਾਂ ਘਟਾਉਣਾ ਚਾਹੋਗੇ? ਨਹੀਂ, ਇਨਸ਼ਾਅੱਲਾ ਪਾਵਾਂਗੇ ਜੀ। ਮਾਸ਼ਾਅੱਲਾ, ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਸਰ ਇਹ ਵੇਖਣੇ ਪਿਆ ਇਹਦੇ ਥੱਲੇ ਜਿਹੜੀ ਕੱਚੀ ਮਿੱਟੀ ਹੈ, ਬਾਰਿਸ਼ ਦੀ ਵਜ੍ਹਾ ਨਾਲ ਕੀਚੜ ਬੜਾ ਹੋ ਗਿਆ। ਤੇ ਇਹ ਤੁਹਾਡੀ ਮੈਂ ਤੰਗ ਨਹੀਂ ਹੁੰਦੀਆਂ ਪਈਆਂ, ਖੁੱਭ ਜਾਂਦੀਆਂ ਨੇ? ਮੈਂ ਵੇਖਣਾ ਪਿਆ ਮੈਂ ਖੁੱਬਦੀ। ਬਿਲਕੁਲ ਤੰਗ ਹੁੰਦੀਆਂ ਨੇ। ਹੁਣ ਬਾਰਿਸ਼ਾਂ ਖਲੋਂਦੀਆਂ ਨੇ ਤੇ ਫਿਰ ਇਹਨੂੰ ਸਾਫ਼ ਕਰਨੀਆਂ, ਥੱਲੇ ਕੋਈ ਰੇਤ ਸੀ ਉੱਪਰ ਸੱਟ ਪਾਵਾਂਗੇ। ਤੇ ਉਹ ਸਰ ਜਿਹੜਾ ਸ਼ੈੱਡ ਹੈ ਉਹਦੇ ਥੱਲੇ ਸੋਲੇਂਗੇ ਸਾਰੀ? ਹਾਂ, ਉਹਦੇ ਥੱਲੇ ਸੋਲੇਂਗੇ, ਬਾਹਰ ਵੀ ਸੋਲੇਂਗੇ, ਲਾਣੀ ਖੁਰਲੀ ਦੇ ਦੁਆਲੇ ਵੀ ਸੋਲੇਂਗੇ। ਅੱਛਾ, ਤੇ ਅੱਗੇ ਵੀ ਸੋਲੇਂਗੇ। ਜਿਹੜੀ ਪਾਣੀ ਵਾਲੀ ਖੁਰਲੀ ਬਣੀ ਹੈ ਨਾ ਵਿੱਚ, ਜੀ ਜੀ, ਇਹਦੇ ਤੋਂ ਪਰਾਂ ਨਾ ਸੋਲ ਹੀ ਲਾਣਾ। ਠੀਕ ਹੈ। ਅੱਛਾ ਸਰ, ਦੇਖਣੇ ਪਏ ਕਿ ਤੁਹਾਡਾ ਇਹ ਗੋਬਰ ਸ਼ੋਬਰ ਇਹ ਜ਼ਾਇਆ ਕਰ ਦਿੰਦੇ ਹੋ ਬਾਹਰ, ਜਾਂ ਗੋਬਰ ਨੂੰ ਅੰਦਰ ਹੀ ਕਿਤੇ ਢੇਰ ਲਾ ਛੱਡਦੇ ਹੋ? ਇਹ ਅਜੇ ਤੇ ਅੰਦਰ ਹੀ ਲਾਇਆ ਢੇਰ, ਇੱਕ ਬਾਹਰ ਕੱਢ ਕੇ ਢੇਰ ਲਾਇਆ, ਇੱਕ ਅੰਦਰ ਢੇਰ ਲਾਇਆ। ਅੱਛਾ ਸਰ, ਤੁਸੀਂ ਮਾਸ਼ਾਅੱਲਾ ਪੜ੍ਹੀ ਲਿਖੀ ਸ਼ਖਸੀਅਤ ਹੋ, ਗੋਬਰ ਦਾ ਕੋਈ ਅੱਛਾ ਯੂਜ਼ ਨਹੀਂ ਕੀਤਾ ਜਾ ਸਕਦਾ? ਇਹਨੂੰ ਖਾਦ ਦੇ ਤੌਰ ਤੇ ਇਸਤੇਮਾਲ ਕਰੀਏ? ਬੜਾ ਕੀਤਾ ਜਾ ਸਕਦਾ। ਜਾਂ ਗੈਸ ਦੇ ਤੌਰ ਤੇ ਇਸਤੇਮਾਲ ਕਰੀਏ? ਤੁਸੀਂ ਕੀ ਕਰਨਾ ਚਾਹੋਗੇ? ਅਸੀਂ ਪਿਆਜ਼ਾਂ 'ਚ ਇਹਨੂੰ ਪਾਵਾਂਗੇ, ਖਾਦ ਦੇ ਤੌਰ ਤੇ ਇਸਤੇਮਾਲ ਕਰਾਂਗੇ। ਵੈਰੀ ਗੁੱਡ। ਅੱਛਾ ਸਰ, ਇਹ ਦੱਸੋ ਕਿ ਇਹ ਅਜੇ ਤਾਂ ਤੁਹਾਡੇ ਕੋਲ ਮੈਂ ਥੋੜ੍ਹੀਆਂ ਨੇ, ਤੁਸੀਂ ਮਜ਼ੀਦ ਵਧਾਓਗੇ, ਕਿੰਨੇ ਕੁ ਮੁਲਾਜ਼ਮ ਇੰਨੀ ਕੁ ਮੈਵਾਂ ਨੂੰ ਕੰਟਰੋਲ ਕਰ ਲੈਂਦੇ ਨੇ? ਇਹ 3 ਬੰਦੇ ਨੇ।
3 ਬੰਦੇ ਕਰਦੇ ਪਏ ਨੇ। ਇਹ ਪੱਠੇ ਪਾਉਂਦੇ ਨੇ ਸਭ। ਅੱਛਾ ਸਰ, ਅਸੀਂ ਜਿੱਥੇ ਵੀ ਗਏ ਆ ਹਰ ਬੰਦੇ ਨੇ ਕਿਹਾ ਕਿ ਲੇਬਰ ਤੰਗ ਬੜਾ ਕਰਦੀ ਹੈ, ਲੇਬਰ ਨੂੰ ਰੱਖਣਾ ਬੜਾ ਮੁਸ਼ਕਿਲ ਹੈ ਡੇਅਰੀ ਫਾਰਮ ਤੇ, ਤੁਸੀਂ ਕਿੰਜ ਰੱਖ ਲਿਆ ਦਾ? ਬਸ ਸਾਡੇ ਲੇਬਰ ਜਿਹੜੀ ਆਪਣੀ ਤਲਕ ਵਾਲੇ ਨੇ। ਐਸੇ ਇਲਾਕੇ ਦੀ ਹੈ ਸਰ? ਹਾਂ ਇੱਥੋਂ ਦੇ। ਠੀਕ ਹੈ। ਤੇ ਸਰ ਚਾਰੇ ਵਾਸਤੇ ਕਿੰਨੀ ਕੁ ਜ਼ਮੀਨ ਜੇ? ਮਾਸ਼ਾਅੱਲਾ ਜ਼ਮੀਨ ਬਤੇਰੀ ਹੈ ਚਾਰੇ ਵਾਸਤੇ, ਸਾਡਾ ਕੋਈ 60 ਕਮਾ ਜ਼ਮੀਨ ਹੈ ਮਾਸ਼ਾਅੱਲਾ। ਚਾਰਾ ਯਾਨੀ ਕਿ ਚਾਰੇ ਵਾਸਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ। ਹਾਂ। ਸਰ ਦੇਖਣੇ ਪਿਆ ਤਲਾਅ ਤੁਸੀਂ ਕੋਈ ਨਹੀਂ ਬਣਾਇਆ, ਹਾਂ। ਕਿਉਂ ਨਹੀਂ ਬਣਾਇਆ? ਬਸ ਇਹ ਨਹਿਰ ਨਜ਼ਦੀਕ ਹੈ, ਨਹਿਰ ਤੋਂ ਅਸੀਂ ਨਹਿਰੇ ਲੈ ਜਾਂਦੇ ਹਾਂ ਤੇ ਉੱਥੋਂ ਨਹਾ ਕੇ ਲੈ ਆਉਂਦੇ ਹਾਂ। ਠੀਕ ਹੈ। ਸਰ ਤੁਸੀਂ ਨਵਾਂ ਡੇਅਰੀ ਫਾਰਮ ਸ਼ੁਰੂ ਕੀਤਾ ਹੈ, ਤੁਸੀਂ ਕਦੇ ਡਾਕਟਰ ਦਾ ਵਿਜ਼ਿਟ ਕਰਵਾਇਆ ਕਿ ਇਹਨਾਂ ਨੂੰ ਚੈੱਕ ਕਰੇ? ਬਿਲਕੁਲ, ਡਾਕਟਰ ਹੈ ਹੀ ਆਪਣਾ, ਸਾਡਾ ਡਾਕਟਰ ਉਹ ਆਉਂਦਾ ਰਹਿੰਦਾ ਇੱਥੇ। ਅੱਛਾ। ਸਾਡੇ ਪਿੰਡ ਦਾ ਡਾਕਟਰ ਹੈ, ਮਾਸ਼ਾਅੱਲਾ। ਬੜਾ ਯਾਨੀ ਕਾਬਲ ਡਾਕਟਰ ਹੈ। ਯਾਨੀ ਕਿ ਅਗਰ ਕੋਈ ਵੈਕਸੀਨੇਸ਼ਨ ਜਾਂ ਕਿ ਟੀਕਾ ਲਵਾਉਣ ਦੀ ਜ਼ਰੂਰਤ ਹੈ ਤੇ ਉਹ ਲਾ ਜਾਂਦਾ ਹੈ? ਲਾ ਜਾਂਦਾ, ਜਿਹੜੇ ਫੋਨ ਕਰੀਏ ਉਸ ਵੇਲੇ ਆਪਣਾ ਹੀ ਉੱਤੇ ਲੱਗਾ। ਠੀਕ ਹੈ। ਅੱਛਾ ਸਰ ਜੀ, ਇਹ ਦੱਸਿਓ ਕਿ ਸ਼ੈੱਡ ਡਿਜ਼ਾਈਨ ਦੇ ਹਵਾਲੇ ਨਾਲ ਬੜੀ ਗੱਲਬਾਤ ਕੀਤੀ ਜਾਂਦੀ ਕਿ ਹਵਾਦਾਰ ਹੋਣਾ ਚਾਹੀਦਾ, ਲੇਕਿਨ ਤੁਹਾਡਾ ਸ਼ੈੱਡ ਜਿਹੜਾ ਇੰਜ ਸਿੱਧਾ ਸਿੱਧਾ ਹੈ, ਇੰਨਾ ਹਵਾਦਾਰ ਨਹੀਂ ਲੱਗਦਾ ਪਿਆ, ਇਹਦੀ ਕੀ ਵਜ੍ਹਾ ਹੈ? ਹਵਾਦਾਰ ਤੁਹਾਨੂੰ ਉੱਤੋਂ ਪਿਆ ਦਿਖਦਾ ਪਰ ਨਹੀਂ ਹਵਾਦਾਰ। ਹਾਂਜੀ ਥੱਲੇ ਸਾਰਾ ਖੁੱਲ੍ਹਾ ਹੀ ਹੈ, ਹਵਾ ਜਾਂਦੀ। ਸਹੀ, ਲੇਕਿਨ ਇਹ ਨਕਸ਼ਾ ਬਣਾਉਣ ਦੇ ਵਿੱਚ ਕੀ ਹਿਕਮਤ ਸੀ? ਹਾਲਾਂਕਿ ਹੋਰ ਵੀ ਨਕਸ਼ੇ ਬਥੇਰੇ ਹੁੰਦੇ ਨੇ। ਅਸੀਂ ਇਸ ਵਾਸਤੇ ਇਸ ਤਰ੍ਹਾਂ ਬਣਾ ਦਿੱਤਾ ਵੀ ਅਸੀਂ ਕਣਕ ਮੁੰਜੀ ਦਾ ਕੰਮ ਕਰਨੇ ਆ, ਚੌਲਾਂ ਦਾ। ਸਹੀ। ਤੇ ਜੇ ਜਦੋਂ ਕੰਮ ਛੱਡਣਾ ਉਦੋਂ ਇਹਦੇ ਵਿੱਚ ਥੱਲੇ ਮੁੰਜੀ ਲਾ ਦਿੰਦੇ, ਯਾਨੀ ਸਾਈਡਾਂ ਤੇ ਦੀਵਾਰਾਂ ਬਣ ਜਾਣਗੀਆਂ ਤੇ ਪ੍ਰੋਪਰ ਇੱਕ ਸਟੋਰ ਬਣ ਜਾਏਗਾ, ਉਸ ਲਿਹਾਜ਼ ਨਾਲ ਤੁਸੀਂ ਬਣਾਇਆ। ਅੱਛਾ ਸਰ ਜੀ, ਇਹਦੇ 'ਚ ਇਹ ਦੱਸਿਓ ਕਿ ਤੁਸੀਂ ਸਾਈਡਾਂ ਤੇ ਇਹ ਦੀਵਾਰ ਨਹੀਂ ਲਾਈ, ਬਲਕਿ ਬਿਲਕੁਲ ਇਹ ਸਿੰਪਲ ਜੀ ਤੁਸੀਂ ਬਾੜ ਲਾਤੀ ਹੈ, ਤੇ ਇਹਦਾ ਕੀ ਫਾਇਦਾ ਹੈ? ਇਹਦਾ ਫਾਇਦਾ ਇਹਦੇ ਵਿੱਚ ਹਵਾ ਕ੍ਰਾਸਿੰਗ ਹੁੰਦੀ ਹੈ। ਸਹੀ। ਇਹ ਦੀਵਾਰ ਬਣਾ ਦਿੱਤੀ ਜਾਂਦੀ ਤੇ ਹਵਾ ਨਹੀਂ ਸੀ ਲੱਗਣੀ ਡੰਗਰਾਂ ਨੂੰ ਬੈਠੇ। ਦੀਵਾਰ ਨਾਲ ਅਮੂਮਨ ਡੰਗਰ ਦੀਵਾਰ ਨਾਲ ਬਹਿੰਦੇ ਨੇ। ਸਹੀ। ਤੇ ਉੱਥੇ ਫਿਰ ਹਵਾ ਨਹੀਂ ਲੱਗਦੀ ਗਰਮੀਆਂ 'ਚ। ਤੇ ਖਰਚੇ ਦੇ ਹਵਾਲੇ ਨਾਲ ਕੀ ਸਮਝਦੇ ਹੋ, ਚਾਰ ਦੀਵਾਰੀ 'ਚ ਜ਼ਿਆਦਾ ਖਰਚਾ ਹੁੰਦਾ ਜਾਂ ਇਸ ਚਾਰ ਦੀਵਾਰੀ 'ਚ ਜ਼ਿਆਦਾ ਹੁੰਦਾ, ਇਹਦੇ ਘੱਟ ਖਰਚਾ ਹੁੰਦਾ। ਇਹਦੇ 'ਚ ਘੱਟ ਹੁੰਦਾ। ਅੱਛਾ ਸਰ, ਇਹਨਾਂ ਨੂੰ ਪੱਠਿਆਂ ਦੇ ਜਦੋਂ ਇਹਨੂੰ ਜੇ ਛੱਡ ਦੇਣਾ ਹੋਵੇ, ਖਤਮ ਕਰਨਾ ਹੋਵੇ ਤੇ ਲੋਹਾ ਲਿਆ ਇਹ ਇਸ ਤੱਕ ਥੋੜਾ ਬਹੁਤਾ ਘੱਟ ਵਿਕ ਜਾਣਾ। ਵਿਕ ਜਾਏਗਾ। ਅੱਛਾ ਸਰ, ਪੱਠਿਆਂ ਦੇ ਇਲਾਵਾ ਤੂੜੀ ਤੇ ਬਾਜਰਾ ਤੁਸੀਂ ਮਿਕਸ ਕਰਕੇ ਪਾਉਂਦੇ ਪਏ ਹੋ, ਇਹਦੇ ਇਲਾਵਾ ਫੀਡ ਇਹ ਵੰਡੇ ਵਿੱਚ ਕੀ ਕੀ ਦੇ ਰਹੇ ਹੋ? ਕੌੜੀ ਖਾਦ, ਕੌੜੀ ਖਲ, ਸਰੋਂ ਦੀ ਖਾਦ ਜਿਹਨੂੰ ਆਉਂਦਾ, ਜੀ, ਜੀ। ਬੜੇਵਿਆਂ ਦੀ ਖਾਦ ਜੀ। ਕਣਕ ਦਾ ਦਲਜਾ, ਅੱਛਾ। ਦੂਜਾ ਕਰਾ 4 ਚੀਜ਼ਾਂ ਮਿਕਸ ਪਾ ਕੇ। ਹਾਂ। ਸਰ ਇੱਕ ਜਾਨਵਰ ਨੂੰ ਕਿੰਨਾ ਕੁ ਪਾ ਛੱਡਦੇ ਹੋ? ਬਸ ਇਸ ਤਰ੍ਹਾਂ ਸਮਝ ਲਓ ਕੋਈ 2.5-3 ਕਿਲੋ 2.5-3 ਕਿਲੋ। ਤੇ ਸਰ ਰੋਜ਼ ਦਾ ਮਾਸ਼ਾਅੱਲਾ ਕਿੰਨਾ ਕੁ ਦੁੱਧ ਹਾਸਲ ਹੋ ਜਾਂਦਾ ਹੈ? ਦੁੱਧ ਕੋਈ 2 ਮਣ ਹੋ ਜਾਂਦਾ ਮਾਸ਼ਾਅੱਲਾ। ਤੇ ਦੁੱਧ ਦੇਣ ਵਾਲੀਆਂ ਮੱਝਾਂ ਕਿੰਨੀਆਂ ਨੇ? 12-13 ਨੇ, ਕੋਈ ਕਾਂਗੜਾ ਨੇ, ਕੋਈ ਸੱਜਣਾ ਨੇ। ਸਭ ਤੋਂ ਜ਼ਿਆਦਾ ਤੁਹਾਡੇ ਫਾਰਮ ਤੇ ਕੋਈ ਮੱਝ ਕਿੰਨਾ ਕੁ ਦੁੱਧ ਦਿੰਦੀ ਹੈ? ਜੋ 12-13 ਸਿਰ 13 ਕਿਲੋ ਤੱਕ ਤੁਹਾਡੀ ਮੈਕਸਿਮਮ ਮੱਝ ਹੈ ਵੇ। ਅੱਛਾ ਬਾਬਾ ਜੀ, ਇਹਦੇ 'ਚ ਇਹ ਦੱਸ ਦਿਓ ਕਿ ਕੋਈ ਬਿਮਾਰੀ ਤੇ ਨਹੀਂ ਅਜੇ ਤੱਕ, ਅੱਲਾ ਨਾ ਕਰੇ ਕੋਈ ਬਿਮਾਰੀ ਆਈ ਤੇ ਨਹੀਂ? ਅੱਲਾ ਰਹਿਮ ਕਰੇ, ਕੋਈ ਨਹੀਂ। ਸਰ ਇਹ ਦੱਸੋ ਕਿ ਮੱਝਾਂ ਤੁਸੀਂ ਰੱਖੀਆਂ ਨੇ, ਕੋਈ ਸੰਡਾ ਵੀ ਰੱਖਿਆ ਜੇ? ਹਾਂਜੀ। ਅੱਛਾ, ਸੰਡਾ ਇੱਕ ਹੀ ਹੈ? ਇੱਕ। ਕੀ ਸਮਝਦੇ ਹੋ ਕਿ ਮੱਝ ਨੂੰ ਟੀਕਾ ਚੰਗਾ ਰਹਿੰਦਾ ਜਾਂ ਸੰਡਾ ਚੰਗਾ ਰਹਿੰਦਾ? ਨਹੀਂ, ਸਾਨ ਠੀਕ ਰਹਿੰਦਾ। ਸਾਂਢ ਠੀਕ ਰਹਿੰਦਾ। ਸਾਂਢ ਰੱਖਣ ਵਿੱਚ ਇਹ ਵੀ ਬੜੀ ਹਿਕਮਤ ਹੈ ਕਿ ਜਿਵੇਂ ਸਾਡੇ ਸਰ ਉਹਨਾਂ ਨੇ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੈ, ਮੱਝ ਹੀਟ ਵਿੱਚ ਆ ਜਾਏ ਤੇ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗਦਾ। ਸਰ ਇੰਜੀ ਗੱਲ ਹੈ, ਲੇਕਿਨ ਸੰਡੇ ਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਮੈਂ ਹੀਟ ਵਿੱਚ ਹੈ। ਉਹ ਫਿਰ ਨਵਾਂ ਜਿਹੜਾ ਅਨਾੜੀ ਬੰਦਾ ਜਿਹਦਾ ਤਜਰਬਾ ਘੱਟ ਹੈ ਉਹਨੂੰ ਵਾਹਵਾ ਸਾਰਾ ਫਾਇਦਾ ਹੋ ਜਾਂਦਾ ਸਾਂਢ ਰੱਖਣ ਤੇ ਇਹਨਾਂ ਦਾ ਸੰਡਾ ਵੀ ਤੁਹਾਨੂੰ ਵਹਾਨੇ ਇਨਸ਼ਾਅੱਲਾ। ਇਹਨਾਂ ਵੀ ਸੰਡਾ ਮਾਸ਼ਾਅੱਲਾ ਰੱਖਿਆ। ਅੱਛਾ ਸਰ, ਹੋਰ ਇਸ ਕਾਰੋਬਾਰ ਦੇ ਵਿੱਚ ਕੋਈ ਐਸੀ ਤੁਹਾਡੀ ਨਜ਼ਰ ਵਿੱਚ ਕੋਈ ਖਾਮੀ ਜਾਂ ਮੁਸ਼ਕਲ ਗੱਲ ਕਿ ਲੋਕ ਅਕਸਰ ਇਹੀ ਕਹਿੰਦੇ ਨੇ ਕਿ ਡੇਅਰੀ ਫਾਰਮ ਦਾ ਕੰਮ ਕਰਨਾ ਬੜਾ ਮੁਸ਼ਕਲ ਹੈ, ਅਕਸਰ ਡੇਅਰੀ ਫਾਰਮ ਬੰਦ ਹੋ ਜਾਂਦੇ ਨੇ, ਫਲਾਪ ਹੋ ਜਾਂਦੇ ਨੇ? ਲੇਬਰ ਪ੍ਰੋਬਲਮ ਜ਼ਿਆਦਾ ਹੈ। ਸਭ ਤੋਂ ਜ਼ਿਆਦਾ ਲੇਬਰ ਪ੍ਰੋਬਲਮ ਸਮਝਦੇ ਹੋ? ਠੀਕ ਹੈ। ਹੋਰ ਮਹਿੰਗਾਈ ਦਾ ਇਸ਼ੂ ਤੁਹਾਨੂੰ ਕੀ ਲੱਗਦਾ? ਤੁਹਾਡਾ ਚਾਰਾ ਆਪਣਾ, ਤੁਹਾਨੂੰ ਮਹਿੰਗਾਈ ਦਾ ਇਸ਼ੂ ਨਹੀਂ? ਜਿਹੜੇ ਲੋਕ ਮੁੱਲ ਚਾਰਾ ਲੈਂਦੇ ਨੇ ਉਹਨਾਂ ਨੂੰ ਜ਼ਿਆਦਾ ਮਸਲਾ ਹੈ। ਤੇ ਦੁੱਧ ਦੇ ਹਵਾਲੇ ਨਾਲ ਦੱਸਿਓ ਕਿ ਦੁੱਧ ਇੱਥੇ ਕੀ ਰੇਟ ਚੱਲ ਰਿਹਾ? ਅਸੀਂ 90 ਰੁਪਏ ਦਿੰਦੇ ਹਾਂ ਦੁੱਧ, ਖਾਲਸ ਦਿੰਦੇ ਹਾਂ। 90 ਰੁਪਏ ਆਸਾਨੀ ਨਾਲ ਵਿਕ ਜਾਂਦਾ, ਵੇਚਣ 'ਚ ਕੋਈ ਪ੍ਰੋਬਲਮ ਨਹੀਂ ਹੈ ਇੱਥੇ। ਹੋਰ ਤਾਂ 100 ਰੁਪਏ ਲੋਕ ਵੇਚਦੇ ਨੇ, ਤੇ ਸਾਡਾ 90 ਰੁਪਏ ਵਿਕਦਾ। 90 ਦੁਕਾਨਦਾਰਾਂ ਨੂੰ ਦੇਖਦੇ। ਸਹੀ। ਅੱਛਾ, ਜਿਹੜੇ ਸਾਡੇ ਦੋਸਤ ਤੁਹਾਨੂੰ ਵੇਖ ਕੇ, ਤੁਹਾਡਾ ਤਜਰਬਾ ਅਜੇ ਨਵਾਂ 4-5 ਮਹੀਨੇ ਦਾ,
ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਫੇਰ ਆਵਾਂਗੇ ਜਦੋਂ ਤੁਹਾਡਾ 1 ਸਾਲ ਜਾਂ 2 ਸਾਲ ਦਾ ਤਜਰਬਾ ਹੋਏਗਾ। ਉਦੋਂ ਤੁਹਾਡੇ ਤਜਰਬੇ ਦੀ ਰੋਸ਼ਨੀ ਵਿੱਚ ਤੁਸੀਂ ਜ਼ਿਆਦਾ ਵਧੀਆ ਗੱਲਾਂ ਕਰੋਗੇ। ਹੁਣ ਵੀ ਤੁਸੀਂ ਬੜੀਆਂ ਜ਼ਬਰਦਸਤ ਗੱਲਾਂ ਕੀਤੀਆਂ ਨੇ ਆਪਣੇ ਤਜਰਬੇ ਦੀ ਰੋਸ਼ਨੀ ਵਿੱਚ। ਜਿਹੜੇ ਦੋਸਤ ਤੁਹਾਨੂੰ ਵੇਖ ਕੇ ਮੱਝਾਂ ਦੀ ਫਾਰਮਿੰਗ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿੰਦੇ ਹੋ? ਮਸ਼ਵਰਾ ਦੇਣਾ ਲਾ ਤੌਫੀਕ ਦੇਵੇ ਤੇ ਚੰਗਾ ਕੰਮ ਹੈ, ਚੰਗਾ ਕੰਮ ਹੈ, ਪ੍ਰੋਫਿਟੇਬਲ ਕੰਮ ਹੈ, ਕਰਨਾ ਚਾਹੀਦਾ। ਜਿਹੜਾ ਕਰ ਸਕਦਾ ਹਾਂ ਉਹਨੂੰ ਕਰਨਾ ਚਾਹੀਦਾ, ਤੇ ਜਿਹਦੇ ਕੋਲ ਨਹੀਂ ਕਰ ਸਕਦਾ, ਲੇਬਰ ਕੋਈ ਨਹੀਂ, ਮਸਲੇ ਨੇ, ਉਹਨੂੰ ਨਹੀਂ ਕਰਨਾ ਚਾਹੀਦਾ। ਜੀ ਤੁਸੀਂ ਮੰਜੀ ਦਾਣੇ ਦਾ ਵੀ ਕੰਮ ਕਰਦੇ ਹੋ, ਹਾਂ, ਦੂਸਰੇ ਪਾਸੇ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦੇ ਹੋ। ਤੁਹਾਨੂੰ ਦੋਵਾਂ ਕੰਮਾਂ ਵਿੱਚੋਂ ਮੁਸ਼ਕਿਲ ਕਿਹੜਾ ਲੱਗਾ ਹੈ? ਮੁਸ਼ਕਿਲ ਕੰਮ ਜਿਹੜਾ ਨਾ ਉਹ ਤੇ ਇਹ ਡੇਅਰੀ ਫਾਰਮ ਵਾਲਾ ਮੁਸ਼ਕਿਲ, ਇਹ ਵਾਕਈ ਮੁਸ਼ਕਿਲ ਹੈ। ਇਹਨੂੰ ਬੜਾ ਧਿਆਨ ਰੱਖਣਾ ਪੈਂਦਾ, ਡਿਊਟੀ ਬੜੀ ਦੇਣੀ ਪੈਂਦੀ ਹੈ। ਤੁਸੀਂ ਆਪਣੇ ਡੇਅਰੀ ਫਾਰਮ ਤੇ ਮੁਲਾਜ਼ਮੀਨ ਦੀ ਨਿਗਰਾਨੀ ਕਿੰਨੀ ਦੇਰ ਕਰਦੇ ਹੋ? ਸਾਡਾ ਮੁਲਾਜ਼ਮੀ ਨਾਲ ਐਡਾ ਹਿਸਾਬ ਕੋਈ ਨਹੀਂ। ਅੱਛਾ, ਹਾਂ, ਸਾਨੂੰ ਇਹਨਾਂ ਦੀ ਨਿਗਰਾਨੀ ਦੀ ਜ਼ਰੂਰਤ ਨਹੀਂ। ਵੈਰੀ ਗੁੱਡ। ਇਹ ਆਪਣੇ ਉੱਪਰ ਨੇ, ਇਹ ਬਸ ਕਰੀ ਇਹ ਅੱਛੀ ਲੇਬਰ ਮਿਲਣਾ ਅੱਲਾ ਦਾ ਖਾਸ ਫਜ਼ਲ ਹੁੰਦਾ ਹੈ, ਨਹੀਂ ਤੇ ਲੋਕ ਅਸੀਂ ਪਰੇਸ਼ਾਨੀ ਵੇਖੇ ਨੇ। ਅੱਛਾ, ਫਿਊਚਰ ਵਿੱਚ ਦੱਸੋ ਕਿ ਇਹ ਸਾਰਾ ਜਿਹੜਾ ਤੁਹਾਡਾ, ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਕੀਚੜ ਬਹੁਤ ਜ਼ਿਆਦਾ ਹੈ, ਇਹਦੇ ਨਿਕਾਸ ਦਾ ਕੋਈ ਸਿਸਟਮ ਬਣਾਓਗੇ? ਹਾਂ, ਇਹਦਾ ਨਿਕਾਸ ਦਾ ਕੋਈ ਸਿਸਟਮ ਕਰਾਂਗੇ। ਇਹਨੂੰ ਰੇਤ ਸ਼ੇਤ ਪਾਓਗੇ ਜਾਂ ਸੋਲ ਲਗਾ ਦੋਗੇ ਇੱਥੇ? ਅੱਧਾ ਚ ਸੋਲ ਲਾਣਾ ਤੇ ਅੱਧਾ ਇਸ ਤਰ੍ਹਾਂ ਹੀ ਰੱਖਣਾ, ਉਹਦੇ ਥੱਲੇ ਰੇਤ ਪਾ ਦੇਣਾ। ਠੀਕ ਹੈ। ਤੇ ਵਧੀਆ ਗੱਲ ਤੁਸੀਂ ਇਹ ਵੀ ਦੱਸੀ ਹੈ ਕਿ ਤੁਸੀਂ ਆਪਣੇ ਜਿਹੜਾ ਗੋਬਰ ਹੈ ਇਹਨੂੰ ਜ਼ਾਇਆ ਨਹੀਂ ਕਰੋਗੇ, ਪੈਲੀਆਂ ਵਿੱਚ ਖਾਦ ਦੇ ਤੌਰ ਤੇ ਇਸਤੇਮਾਲ ਕਰੋਗੇ। ਲੋ ਜੀ, ਸਰ ਹੋਣਾ ਨੇ ਆਪਣੇ ਹਿਸਾਬ ਨਾਲ ਬੜੀ ਵਧੀਆ ਗੱਲਾਂ ਕੀਤੀਆਂ ਨੇ। ਸਰ ਜੀ, ਤੁਸੀਂ ਬੜਾ ਕੀਮਤੀ ਟਾਈਮ ਦਿੱਤਾ, ਤੁਹਾਡੀ ਵਾਹਵਾ ਸਾਰੀ ਮਿਹਰਬਾਨੀ।